ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਦਿਨ ਕਾਂਸ਼ੀ ਤੋਂ ਦੋ ਪੰਡਤ ਚੱਲ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਆਏ। ਕ੍ਰਿਸ਼ਨ ਲਾਲ ਤੇ ਹਰ ਲਾਲ ਉਹਨਾਂ ਦੇ ਨਾਮ ਸਨ। ਉਹ ਗੁਰੂ ਜੀ ਦੇ ਭਗਤ ਸਨ ਤੇ ਗੁਣਾਂ ਦਾ ਘਰ ਸਨ। ਸਤਿਗੁਰੂ ਜੀ ਨਾਲ ਬਹੁਤ ਪ੍ਰੇਮ ਕਰਦੇ ਸਨ, ਇਸ ਲਈ ਉਹਨਾਂ ਦੇ ਦਰਸ਼ਨ ਕਰਨ ਦੀ ਉਹਨਾਂ ਦੇ ਮਨ ਵਿੱਚ ਬੜੀ ਪਿਆਸ ਸੀ। ਜਗਤ ਦੇ ਵਿਸ਼ੇ ਵਿਲਾਸ ਤਿਆਗ ਕੇ ਚਿੱਤ ਵਿੱਚ ਪਰਲੋਕ ਨੂੰ ਸੌਖਾ ਬਣਾਉਣਾ ਚਾਹੁੰਦੇ ਸਨ। ਗੁਰੂ ਜੀ ਨੂੰ ਆ ਕੇ ਮਿਲੇ, ਚਰਨ ਕਮਲਾਂ 'ਤੇ ਬੰਦਨਾ ਕਰਕੇ ਨੇੜੇ ਬੈਠ ਕੇ ਦਰਸ਼ਨ ਕੀਤੇ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦਾ ਬਹੁਤ ਸਨਮਾਨ ਕੀਤਾ ਤੇ ਤੁਰੰਤ ਉਹਨਾਂ ਨੂੰ ਪੁੱਛਿਆ, ਹੇ ਬ੍ਰਾਹਮਣ, ਤੁਹਾਡੇ ਘਰ ਕਿੱਥੇ ਹਨ? ਕਿਹੜੇ ਕਿਹੜੇ ਸਥਾਨ 'ਤੇ ਹਿੱਤ ਧਾਰ ਕੇ ਗਏ ਹੋ? ਕੀ ਕੰਮ ਹੈ ਅਤੇ ਕੀ ਨਾਮ ਹੈ? ਸੁੰਦਰ ਸਰੂਪ ਵਾਲੇ ਅਤੇ ਚੰਗੀ ਅਕਲ ਵਾਲੇ ਨਜ਼ਰ ਆਉਂਦੇ ਹੋ। ਹੱਥ ਜੋੜ ਕੇ ਦੋਵੇਂ ਭਰਾ ਬੇਨਤੀ ਸਹਿਤ ਬੋਲੇ, ਤੁਸੀਂ ਆਪ ਅੰਤਰਜਾਮੀ ਹੋ, ਬਿਨਾਂ ਬੋਲਿਆਂ ਹੀ ਸਭ ਕੁਝ ਜਾਣ ਜਾਂਦੇ ਹੋ। ਫਿਰ ਵੀ ਤੁਸੀਂ ਪੁੱਛਿਆ ਹੈ ਤਾਂ ਅਸੀਂ ਦੱਸਦੇ ਹਾਂ। ਅਸੀਂ ਕਾਂਸ਼ੀ ਵਿਖੇ ਗੰਗਾ ਦੇ ਕਿਨਾਰੇ ਰਹਿੰਦੇ ਹਾਂ। ਆਪ ਜੀ ਦਾ ਮਹਾ ਸ੍ਰੇਸ਼ਟ ਜਸ ਸੁਣਿਆ ਹੈ ਤਾਂ ਦੁੱਖ ਨਾਸ਼ ਕਰਨ ਲਈ ਆਪ ਜੀ ਦੇ ਦਰਸ਼ਨ ਕਰਨ ਲਈ ਆਏ ਹਾਂ। ਇੱਕ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਕਾਂਸ਼ੀ ਪਹੁੰਚੇ ਸਨ ਤੇ ਉੱਥੇ ਜਾ ਕੇ ਬਿਰਾਜੇ ਸਨ। ਬਹੁਤ ਬ੍ਰਾਹਮਣਾਂ ਨੇ ਉਦੋਂ ਗੁਰੂ ਜੀ ਨਾਲ ਚਰਚਾ ਕੀਤੀ ਅਤੇ ਸੁਣ ਕੇ ਸਾਰੇ ਬਹੁਤ ਪ੍ਰਸੰਨ ਹੋਏ। ਉਸ ਸਮੇਂ ਸਾਡਾ ਇੱਕ ਪਿਤਾਮਾ ਹੁੰਦਾ ਸੀ, ਉਸਨੇ ਬੜੇ ਪ੍ਰੇਮ ਨਾਲ ਉਹਨਾਂ ਦੀ ਸੇਵਾ ਕੀਤੀ ਸੀ। ਤਦ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਤੇ ਉਹਨਾਂ ਦੀ ਸਤਨਾਮ ਨਾਲ ਲਿਵ ਲਾ ਦਿੱਤੀ। ਆਪਣੇ ਰਚੇ 4 ਸ਼ਲੋਕ ਉਹਨਾਂ ਨੇ ਕਾਗਜ਼ ਉੱਤੇ ਲਿਖਾ ਦਿੱਤੇ। ਪਿਤਾਮੇ ਦੇ ਲਿਖਾਏ ਹੋਏ ਉਹ ਸ਼ਲੋਕ ਘਰ ਵਿੱਚ ਵੇਖ ਕੇ ਅਸੀਂ ਉਹ ਜਵਾਨੀ ਯਾਦ ਕਰ ਲਈ, ਜਿਨ੍ਹਾਂ ਵਿੱਚ ਪਖੰਡ ਦਾ ਨਾਸ਼ ਕੀਤਾ ਹੈ ਕਿ ਜੋ ਹਿਰਦੇ ਦਾ ਸੱਚਾ ਹੈ ਸੋਈ ਲੇਖੇ ਪੈਂਦਾ ਹੈ। ਪੜ੍ਹ ਪੁਸਤਕ ਸੰਧਿਆ ਬਾਦੰ, ਭਾਵ ਤੁਸੀਂ ਪੁਸਤਕਾਂ ਪੜ੍ਹਦੇ ਹੋ, ਸ਼ਾਮ ਦੀ ਪ੍ਰਾਰਥਨਾ ਅਤੇ ਬਹਿਸ ਕਰਦੇ ਹੋ, ਇਤਿਆਦ ਸ਼ਲੋਕ ਪੜ੍ਹ ਕੇ ਸੁਣਾਏ। ਜਿਹੜੇ ਤੁਸੀਂ ਲਿਖੇ ਹਨ ਉਹ ਵੀ ਸਾਨੂੰ ਲਿਖਵਾਓ, ਨਹੀਂ ਤਾਂ ਹੁਣੇ ਹੀ ਬਣਾ ਦਿਓ, ਜਿਸ ਕਾਰਨ ਗੁਰਮਤਿ ਧਾਰਨ ਕਰਕੇ ਸਤਨਾਮ ਦਾ ਭਜਨ ਕਰਕੇ ਪ੍ਰਭੂ ਦੇ ਗੁਣ ਗਾਈਏ। ਸ੍ਰੇਸ਼ਟ ਉਪਦੇਸ਼ਾਂ ਦੀ ਰਚਨਾ ਕਰੋ, ਜਿਨ੍ਹਾਂ ਨੂੰ ਸੁਣ ਕੇ ਹਿਰਦਾ ਉਜਲ ਹੋ ਜਾਏ। ਆਪਣੇ ਮੁਖ ਨਾਲ ਸ੍ਰੇਸ਼ਟ ਸੰਸਕ੍ਰਿਤੀ ਦੀ ਰੀਤੀ ਪਾ ਕੇ ਸ਼ਲੋਕਾਂ ਦੀ ਰਚਨਾ ਕਰੋ। ਬ੍ਰਾਹਮਣ ਪਾਸੋਂ ਇਹ ਸੁਣ ਕੇ ਅਤੇ ਉਹਨਾਂ ਦੀ ਪ੍ਰੀਤ ਵੇਖ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਉਸੇ ਵੇਲੇ ਹੀ ਸ਼ਲੋਕ ਬਣਾ ਦਿੱਤੇ। ਸਾਰੇ ਸ਼ਲੋਕ ਸੰਸਕ੍ਰਿਤੀ ਵਿੱਚ ਲਿਖੇ, ਫਿਰ ਸੁੰਦਰ ਗਾਥਾ ਬਣਾਈ। ਦੋਵੇਂ ਭਰਾ ਸੁਣ ਕੇ ਬਹੁਤ ਆਨੰਦਿਤ ਹੋ ਗਏ ਤੇ ਗੁਰੂ ਜੀ ਦੇ ਚਰਨਾਂ 'ਤੇ ਢਹਿ ਪਏ। ਪ੍ਰਭੂ ਦੇ ਪ੍ਰੇਮ ਦਾ ਰਸ ਜਿਨ੍ਹਾਂ ਨੂੰ ਆਇਆ ਤੇ ਸਤਨਾਮ ਦਾ ਸਿਮਰਨ ਮਨ ਨੂੰ ਚੰਗਾ ਲੱਗਾ। ਸ਼ਲੋਕ ਸੰਸਕ੍ਰਿਤੀ ਅਤੇ ਗਾਥਾ 2 ਬਾਣੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ, ਪਰ ਇਹਨਾਂ ਦੀ ਭਾਸ਼ਾ ਸੰਸਕ੍ਰਿਤ ਨਹੀਂ ਬਲਕਿ ਪ੍ਰਾਕਿਰਤ ਅਤੇ ਸਾਧੂ ਭਾਸ਼ਾ ਹੈ। ਇਸ ਕਰਕੇ ਇਹਨਾਂ ਦੇ ਨਾਂ ਸ਼ਲੋਕ ਸੰਸਕ੍ਰਿਤੀ ਅਤੇ ਗਾਥਾ ਹੈ। ਜਦ ਗੁਰੂ ਜੀ ਦੇ ਚਰਨਾਂ 'ਤੇ ਬੰਦਨਾ ਕੀਤੀ ਤੇ ਬਹੁਤ ਆਨੰਦ ਵਧਿਆ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਉਸਤਤ ਕਰਨ ਲੱਗੇ। ਤੁਸੀਂ ਰਾਮਚੰਦਰ ਰੂਪ ਮੁਕਤੀ ਦਾਤੇ ਹੋ, ਕੰਸ ਨੂੰ ਮਾਰਨ ਵਾਲੇ ਆਪ ਕ੍ਰਿਸ਼ਨ ਹੋ। ਤੁਸੀਂ ਗੁਰੂ ਨਾਨਕ ਦੇਵ ਜੀ ਦੀ ਆਪਣੀ ਇੱਛਾ ਅਨੁਸਾਰ ਚੱਲਣ ਵਾਲੀ ਜੋਤ ਹੋ। ਤੁਸੀਂ ਹੀ ਕਾਂਸ਼ੀਪੁਰ ਵਿੱਚ ਸ਼ਿਵ ਰੂਪ ਹੋ ਅਤੇ ਸੁਖ ਦੇਣ ਵਾਲਾ ਤਾਰਕ ਮੰਤਰ ਦਿੰਦੇ ਹੋ। ਛੁਪੇ ਰਹਿੰਦੇ ਹੋ, ਇਸ ਕਰਕੇ ਸਾਰੇ ਜਾਣ ਨਹੀਂ ਸਕਦੇ, ਪਰ ਆਪ ਜੀ ਜਿਸ ਦੇ ਵੱਲ ਹੁੰਦੇ ਹੋ ਉਹ ਆਪ ਜੀ ਦੇ ਰੂਪ ਨੂੰ ਪਛਾਣ ਲੈਂਦਾ ਹੈ। ਇੱਕ ਤੁਸੀਂ ਹੀ ਸਾਰੇ ਜਗਤ ਦਾ ਮੂਲ ਹੋ। ਅਜਨਮਾ ਅਮਰ ਲక్ష్ਮੀ ਤੁਹਾਡੀ ਦਾਸੀ ਹੈ। ਜੋ ਪ੍ਰਤੀਕੂਲ ਹਨ ਉਹਨਾਂ ਨੂੰ ਤੁਸੀਂ ਨਾਸ਼ ਕਰ ਦਿੰਦੇ ਹੋ। ਬ੍ਰਹਮਾ ਹੋ ਕੇ ਦੁਨੀਆ ਦੀ ਰਚਨਾ ਕਰਦੇ ਹੋ, ਵਿਸ਼ਨੂੰ ਹੋ ਕੇ ਪਾਲਣਾ ਕਰਦੇ ਹੋ ਅਤੇ ਸ਼ਿਵ ਜੀ ਹੋ ਕੇ ਜਗਤ ਦਾ ਨਾਸ਼ ਕਰਦੇ ਹੋ। ਸਤਿਗੁਰੂ ਜੀ ਇਹ ਸੁਣ ਕੇ ਹਿਰਦੇ ਵਿੱਚ ਪ੍ਰਸੰਨ ਹੋ ਕੇ ਬੋਲੇ, ਆਪਣੀ ਨਿੱਜੀ ਅਭਿਲਾਸ਼ਾ ਮੰਗੋ। ਬੜੀ ਆਸ ਰੱਖ ਕੇ ਦੂਰ ਤੋਂ ਚੱਲ ਕੇ ਆਏ ਹੋ,
ਆਪਣੀ ਆਸ਼ਾ ਪੂਰੀ ਕਰੋ, ਇਸ ਨੂੰ ਗੁਪਤ ਨਾ ਰੱਖੋ। ਦੋਵਾਂ ਭਰਾਵਾਂ ਨੇ ਫਿਰ ਹੱਥ ਜੋੜ ਕੇ ਪਰਮ ਪ੍ਰੇਮ ਨਾਲ ਬੇਨਤੀ ਕਹੀ, ਤੁਹਾਡੇ ਦਰਸ਼ਨ ਕਰਕੇ ਹੀ ਕਾਰਜ ਪੂਰੇ ਹੋ ਗਏ ਹਨ। ਹੁਣ ਦਿਲ ਵਿੱਚ ਕਿਸੇ ਤਰ੍ਹਾਂ ਦੀ ਵੀ ਇੱਛਾ ਨਹੀਂ ਰਹੀ। ਆਪਣਾ ਸਿਦਕ ਸਦਾ ਸਾਡੇ ਹਿਰਦੇ ਵਿੱਚ ਦਿਓ, ਤਾਂ ਕਿ ਜਗਤ ਦੇ ਸਾਰੇ ਭੈੜੇ ਬੰਧਨ ਮਿਟ ਜਾਣ। ਆਪ ਜੀ ਦੇ ਚਰਨਾਂ ਨੂੰ ਮਨ ਵਿੱਚ ਵਸਾਈਏ, ਦਿਨ ਰਾਤ ਸਿਮਰਨ ਕਰਕੇ ਹਰੀ ਦੇ ਗੁਣ ਗਾਈਏ। ਇਹ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਇਸ ਤਰ੍ਹਾਂ ਹੀ ਹੋਵੇਗਾ। ਵਰ ਨੂੰ ਪ੍ਰਾਪਤ ਕਰਕੇ ਬਹੁਤ ਪ੍ਰਸੰਨ ਹੋਏ। ਕਈ ਦਿਨ ਅੰਮ੍ਰਿਤਸਰ ਵਿੱਚ ਰਹਿ ਕੇ ਫਿਰ ਵਿਦਾਇਗੀ ਲੈ ਕੇ ਆਪਣੇ ਸਥਾਨ 'ਤੇ ਚਲੇ ਗਏ। ਉਹਨਾਂ ਸ਼ਲੋਕਾਂ ਨੂੰ ਗੁਰੂ ਜੀ ਨੇ ਰਾਗਾਂ ਦੇ ਅੰਤ ਵਿੱਚ ਲਿਖਿਆ ਹੈ। ਫਿਰ ਭਾਈ ਗੁਰਦਾਸ ਜੀ ਲਿਖਾਰੀ ਵੱਲ ਵੇਖ ਕੇ ਸ਼ੁਭ ਮੁਖ ਵਾਲੇ ਗੁਰੂ ਜੀ ਬੋਲੇ, ਗੋਰਾਂ ਦੀ ਜਸ ਵਾਲੀ ਆਪਣੀ ਬਾਣੀ ਜਿਹੜੀ ਤੁਸੀਂ ਬਣਾਈ ਹੈ ਉਹ ਲਿਆ ਕੇ ਦਿਖਾਓ। ਉਸ ਸਮੇਂ ਸਾਰੇ ਭਗਤ ਨੇੜੇ ਹੀ ਸਨ, ਜਿਹੜੇ ਲੇਖਾ ਰਹਿਤ ਬੇਅੰਤ ਪ੍ਰਭੂ ਦੀ ਚਰਚਾ ਕਰ ਰਹੇ ਸਨ। ਭਾਈ ਗੁਰਦਾਸ ਜੀ ਨੇ ਗੁਰੂ ਜੀ ਦੇ ਬਚਨ ਮੰਨ ਲਏ ਤੇ ਡੇਰੇ ਤੋਂ ਆਪਣੀ ਬਾਣੀ ਲੈ ਕੇ ਆਏ। ਬੈਠ ਕੇ ਪੜ੍ਹ ਕੇ ਗੁਰੂ ਜੀ ਨੂੰ ਸੁਣਾਈ, ਜਿਸ ਵਿੱਚ ਗੁਰੂ ਜੀ ਦੀ ਬਹੁਤ ਸ੍ਰੇਸ਼ਟ ਮਹਿਮਾ ਕੀਤੀ ਹੋਈ ਸੀ। ਸਮੂਹ ਭਗਤਾਂ ਅਤੇ ਸਤਿਗੁਰੂ ਜੀ ਸੁਣ ਕੇ ਬਹੁਤ ਪ੍ਰਸੰਨ ਹੋਏ ਅਤੇ ਬੜੀ ਸ਼ਲਾਘਾ ਕੀਤੀ। ਸ੍ਰੀ ਗੁਰੂ ਜੀ ਨੇ ਫਿਰ ਫਰਮਾਇਆ, ਇਸ ਵਿੱਚੋਂ ਚੁਣ ਕੇ ਗ੍ਰੰਥ ਵਿੱਚ ਲਿਖ ਦਿਓ। ਇਹ ਸੁਣ ਕੇ ਭਾਈ ਗੁਰਦਾਸ ਜੀ ਨੇ ਹੱਥ ਜੋੜ ਕੇ ਕਿਹਾ, ਮੈਂ ਆਪ ਜੀ ਦੇ ਦਾਸਾਂ ਦਾ ਦਾਸ ਹਾਂ। ਸੇਵਕ ਹਮੇਸ਼ਾ ਨੀਵੀਂ ਥਾਂ ਹੀ ਬੈਠਦੇ ਹਨ ਅਤੇ ਸਾਹਿਬ ਉੱਚੇ ਤਖਤ 'ਤੇ ਬੈਠਦੇ ਹਨ। ਉਸ ਤਰ੍ਹਾਂ ਹੀ ਮੇਰੀ ਅਤੇ ਤੁਹਾਡੀ ਬਾਣੀ ਵਿੱਚ ਫਰਕ ਹੈ। ਕਿੱਥੇ ਇੱਕ ਜੁਗਨੂੰ ਤੇ ਕਿੱਥੇ ਇੱਕ ਸੂਰਜ। ਇੱਕ ਤੁੱਛ ਕੀੜਾ ਸੂਰਜ ਦੀ ਕਿਵੇਂ ਬਰਾਬਰੀ ਕਰ ਸਕਦਾ ਹੈ? ਆਪ ਜੀ ਦਾ ਮਹਾਨ ਪ੍ਰਕਾਸ਼ ਹੈ। ਸਤਿਗੁਰੂ ਜੀ ਨੇ 3 ਵਾਰ ਫਰਮਾਇਆ, ਪਰ ਭਾਈ ਜੀ ਹੱਥ ਜੋੜ ਕੇ ਬੇਨਤੀ ਕਰ ਦਿੰਦੇ ਸਨ। ਆਪਣੇ ਆਪ ਨੂੰ ਛੋਟਾ ਸਮਝ ਕੇ ਜਗਤ ਦੇ ਬੰਧਨ ਯੋਗ ਗੁਰੂ ਜੀ ਦੀ ਬਰਾਬਰੀ ਨਹੀਂ ਸੀ ਕਰਨਾ ਚਾਹੁੰਦੇ। ਅਤੀ ਪ੍ਰਸੰਨ ਹੋ ਕੇ ਗੁਰੂ ਜੀ ਨੇ ਵਰ ਦਿੱਤਾ, ਤੁਹਾਡੀ ਬਾਣੀ ਵੱਡੀ ਫਲਦਾਇਕ ਹੋਵੇਗੀ। ਪੜ੍ਹਨ ਸੁਣਨ ਨਾਲ ਗੁਰਸਿੱਖੀ ਪ੍ਰਾਪਤ ਹੋਵੇਗੀ ਅਤੇ ਮੁਕਤੀ ਦਾਤੇ ਸਤਿਗੁਰੂ ਜੀ ਵਿੱਚ ਬੜੀ ਸ਼ਰਧਾ ਵਧੇਗੀ। ਭਾਈ ਗੁਰਦਾਸ ਜੀ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ 'ਤੇ ਢਹਿ ਪਏ, ਕਿਉਂਕਿ ਉਹਨਾਂ ਦੀ ਬਾਣੀ ਨੂੰ ਗੁਰੂ ਜੀ ਨੇ ਬੜੇ ਉੱਚੇ ਪ੍ਰਕਾਸ਼ ਵਾਲਾ ਕਰ ਦਿੱਤਾ ਸੀ। ਭਗਤ ਗੁਰੂ ਜੀ ਦੇ ਨੇੜੇ ਬੈਠ ਕੇ ਉਹਨਾਂ ਦੇ ਦਰਸ਼ਨ ਕਰਕੇ ਬੜਾ ਸੁੱਖ ਪਾ ਰਹੇ ਸਨ। ਮਾਨੋ ਸ਼ਾਂਤ ਚਿੱਤ ਸ਼ਿਵ ਜੀ ਮੁਨੀਆਂ ਦੇ ਇਕੱਠ ਵਿੱਚ ਬੈਠੇ ਹੋਣ। ਮਾਨੋ ਗਿਆਨ ਆਪਣਾ ਸਰੀਰ ਧਾਰ ਕੇ ਬੈਠਾ ਹੋਵੇ। ਇਸ ਤਰ੍ਹਾਂ ਸ਼ੁਭ ਗੁਣਾਂ ਵਾਲੇ ਭਗਤ ਗੁਰੂ ਜੀ ਪਾਸ ਬੈਠੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਜਿਵੇਂ ਅੰਮ੍ਰਿਤ ਹੋਵੇ ਤੇ ਭਗਤਾਂ ਦੇ ਨੈਣਾਂ ਦੇ ਡੂਨੇ ਉਸ ਨੂੰ ਪੀ ਰਹੇ ਹੋਣ। ਪਾਸ ਬੈਠੇ ਤ੍ਰਿਪਤ ਨਹੀਂ ਸੀ ਹੋ ਰਹੇ। ਜਿਵੇਂ ਜਿਵੇਂ ਬਚਨ ਸੁਣਦੇ ਸਨ, ਤਿਵੇਂ ਤਿਵੇਂ ਪ੍ਰਸੰਨ ਹੁੰਦੇ ਸਨ। ਮਹਾ ਸੁਸ਼ੀਲ ਪ੍ਰੇਮ ਵਿੱਚ ਪੂਰਨ ਪ੍ਰਭੂ ਸਿਮਰਨ ਦਾ ਉਪਦੇਸ਼ ਦੇ ਰਹੇ ਹਨ। ਜਦ ਭਗਤਾਂ ਦੇ ਜਾਣ ਦਾ ਸਮਾਂ ਹੋਇਆ ਵੇਖਿਆ ਤਾਂ ਸਾਰੇ ਆਪਣੇ ਆਪਣੇ ਸਥਾਨਾਂ ਨੂੰ ਚਲੇ ਗਏ। ਫਿਰ ਵੇਦ ਸਰੀਰ ਧਾਰ ਕੇ ਆਏ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਜਾ ਕੇ ਉਹਨਾਂ ਨੇ ਬੰਦਨਾ ਕੀਤੀ। ਉਹ ਚਿੱਤ ਵਿੱਚ ਗੁਰੂ ਜੀ ਦੀ ਅਨੇਕ ਭਾਂਤ ਦੀ ਉਸਤਤੀ ਕਰਨਾ ਚਾਹੁੰਦੇ ਹਨ, ਜਿਸ ਕਾਰਨ ਗੁਰੂ ਜੀ ਨੇ ਜਗਤ ਵਿੱਚ ਅਵਤਾਰ ਧਾਰਨ ਕੀਤਾ ਹੈ। ਉਸ ਦੀ ਉਸਤਤੀ ਕਰਨ ਦੀ ਉਹਨਾਂ ਦੇ ਮਨ ਵਿੱਚ ਮਹਾਨ ਅਭਿਲਾਸ਼ਾ ਸੀ। ਇਹ ਸੁਣ ਕੇ ਸਰੋਤਿਆਂ ਨੇ ਸੁੱਖ ਪਾ ਕੇ ਕਥਾ ਬਾਰੇ ਵਿਚਾਰ ਕਰਕੇ ਪੁੱਛਿਆ, ਵੇਦਾਂ ਨੇ ਕਿਵੇਂ ਮਨੁੱਖਾ ਸਰੀਰ ਧਾਰਨ ਕਰ ਲਏ? ਇਸ ਗੱਲ ਨੂੰ ਵਿਸਥਾਰ ਨਾਲ ਪ੍ਰਗਟ ਕਰੋ। ਸਾਧ ਸੰਗਤ ਜੀ, ਭਾਈ ਵੀਰ ਸਿੰਘ ਜੀ ਲਿਖਦੇ ਹਨ, ਵੇਦਾਂ ਦਾ ਭੱਟਾਂ ਦਾ ਰੂਪ ਧਾਰਨ ਕਰਕੇ ਅਵਤਾਰਾਂ ਦੀ ਉਸਤਤੀ ਕਰਨ ਲਈ ਆਉਣਾ ਹਿੰਦੂਆਂ ਦੀਆਂ ਪ੍ਰਮਾਣਿਕ ਪੁਸਤਕਾਂ ਵਿੱਚ ਵੀ ਲਿਖਿਆ ਹੈ, ਜਿਹਾ ਕਿ ਤੁਲਸੀਕ੍ਰਿਤ ਰਮਾਇਣ ਦੇ ਉੱਤਰਕਾਂਡ ਅੰਕ 27 ਵਿੱਚ ਲਿਖਿਆ ਹੈ ਕਿ ਜਦ ਰਾਜਾ ਰਾਮਚੰਦਰ ਜੀ ਬਨਵਾਸ ਤੋਂ ਮੁੜ ਕੇ ਅਯੋਧਿਆ ਪੁੱਜ ਕੇ ਤਖਤ 'ਤੇ ਬੈਠੇ ਤਾਂ ਵੇਦਾਂ ਨੇ ਭੱਟਾਂ ਦਾ ਰੂਪ ਧਾਰ ਕੇ ਉਹਨਾਂ ਦੀ ਬੜੀ ਉਸਤਤ ਕੀਤੀ। ਹੇ ਸਿੱਖੋ, ਸਤਿਗੁਰੂ ਜੀ ਦੀ ਮਹਿਮਾ ਸੁਣੋ, ਜਿਸ ਨਾਲ ਮਨ ਇੱਛਤ ਫਲ ਪ੍ਰਾਪਤ ਹੁੰਦਾ ਹੈ। ਜਿਵੇਂ ਸਾਰੇ ਵੇਦਾਂ ਨੇ ਸਰੂਪ ਧਾਰਨ ਕੀਤਾ, ਉਹ ਸਾਰਾ ਪ੍ਰਸੰਗ ਤੁਹਾਨੂੰ ਮੈਂ ਸੁਣਾ ਦਿੰਦਾ ਹਾਂ। ਕਾਸ਼ੀ ਵਿੱਚ ਸਾਰੇ ਵੇਦ ਵਾਸਾ ਕਰਦੇ ਹਨ ਅਤੇ ਜਿੱਥੇ ਸਾਰੀਆਂ ਵਿਦਿਆਵਾਂ ਦਾ ਇਕੱਠ ਹੈ। ਨੇਤਾ ਪ੍ਰਤੀ ਬ੍ਰਹਮ ਦਾ ਨਿਰਣਾ ਹੁੰਦਾ ਹੈ, ਜਿਸ ਨੂੰ ਪੜ੍ਹਨ ਅਤੇ ਵਿਚਾਰਨ ਨਾਲ ਬੁੱਧੀ ਵੱਧਦੀ ਹੈ। ਇੱਕ ਸਮੇਂ ਉੱਥੇ ਵੇਦ ਰਹਿੰਦੇ ਸਨ। ਉਹਨਾਂ ਨੇ ਆਪਣੇ ਹਿਰਦੇ ਵਿੱਚ ਬਹੁਤ ਹੰਕਾਰ ਕੀਤਾ।
ਬ੍ਰਹਮ ਦਾ ਨਿਰਣਾ ਸਾਡੇ ਪਾਸੋਂ ਹੀ ਹੁੰਦਾ ਹੈ। ਅਸੀਂ ਹੀ ਗੁਣ ਔਗਣ 'ਤੇ ਵਿਚਾਰ ਕਰਦੇ ਹਾਂ, ਨਹੀਂ ਤਾਂ ਜਗਤ ਵਿੱਚ ਅੰਧਕਾਰ ਫੈਲ ਜਾਵੇ। ਜਗਤ ਵਿੱਚ ਸਾਡਾ ਹੀ ਸ੍ਰੇਸ਼ਟ ਪ੍ਰਕਾਸ਼ ਹੁੰਦਾ ਹੈ। ਅਗਿਆਨੀ ਮਨੁੱਖ ਸਾਡੇ ਪਾਸੋਂ ਹੀ ਗਿਆਨ ਪ੍ਰਾਪਤ ਕਰਕੇ ਮੁਕਤੀ ਪਾਉਂਦਾ ਹੈ ਤੇ ਉਸ ਦੇ ਦੁਨਿਆਵੀ ਬੰਧਨ ਕੱਟੇ ਜਾਂਦੇ ਹਨ। ਪਾਰ ਬ੍ਰਹਮ ਨੇ ਜਦ ਵੇਦਾਂ ਦੀ ਇਹ ਗਤੀ ਵੇਖੀ, ਜਿਨ੍ਹਾਂ ਨੂੰ ਬਹੁਤ ਹੰਕਾਰ ਹੋ ਗਿਆ ਸੀ, ਤਾਂ ਉਹਨਾਂ ਨੇ ਵਿਚਾਰ ਬਣਾਈ, ਇਹਨਾਂ ਨੂੰ ਜਗਤ ਵਿੱਚ ਜਨਮ ਦਿੰਦਾ ਹਾਂ ਤਾਂ ਕਿ ਸਾਰੇ ਫਿਰ ਫਿਰਾ ਕੇ ਜਿਹੜਾ ਸਾਡੇ ਵਿਕਾਰਾਂ ਦਾ ਮੂਲ ਹੰਕਾਰ ਹੈ, ਉਸ ਨੂੰ ਇਹਨਾਂ ਦੇ ਦਿਲਾਂ ਵਿੱਚੋਂ ਪੁੱਟ ਦਿਆਂ। ਕਿਰਪਾ ਦੇ ਸਾਗਰ ਪਾਰ ਬ੍ਰਹਮ ਨੇ ਇਸ ਤਰ੍ਹਾਂ ਹਿਰਦੇ ਵਿੱਚ ਧਾਰਨ ਕੀਤਾ। ਫਿਰ ਸਾਰੇ ਵੇਦਾਂ ਨੂੰ ਆਕਾਸ਼ਬਾਣੀ ਹੋਈ, ਮਨੁੱਖਾ ਸਰੀਰ ਧਾਰਨ ਕਰੋ। ਤੁਹਾਡੇ ਹਿਰਦੇ ਵਿੱਚ ਜਿਹੜਾ ਹੰਕਾਰ ਦਾ ਵਿਕਾਰ ਹੈ, ਉਹ ਤੁਸੀਂ ਨਿਸ਼ਫਲ ਹੰਕਾਰ ਕਰ ਰਹੇ ਹੋ। ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲਓ। ਗੁਰੂ ਤੋਂ ਬਗੈਰ ਹਿਰਦੇ ਵਿੱਚ ਪ੍ਰਕਾਸ਼ ਨਹੀਂ ਹੁੰਦਾ ਹੈ, ਕਿਉਂਕਿ ਪ੍ਰਕਾਸ਼ ਦਾ ਮੂਲ ਸਤਿਗੁਰਾਂ ਦੀ ਦੇਹ ਹੈ। ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ। ਗੁਰੂ ਧਾਰਨ ਕਰੋ ਜਿੱਥੇ ਕਿੱਥੇ ਵੇਖਦੇ ਹੋ। ਸਤਿਗੁਰੂ ਬਗੈਰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਇਸ ਕਰਕੇ ਆਪਣਾ ਹਿੱਤ ਵੇਖ ਕੇ ਸਿੱਖ ਬਣੋ। ਇੱਕ ਇੱਕ ਵੇਦ, ਚਾਰ ਚਾਰ ਸਰੀਰ ਧਾਰਨ ਕਰੋ। ਬ੍ਰਹਮਾ ਵੀ ਤੁਹਾਡੇ ਨਾਲ ਮਨੁੱਖੀ ਸਰੀਰ ਧਾਰਨ ਕਰੇ। ਉਹ ਜਿੱਥੇ ਕਿੱਥੇ ਤੁਹਾਡੀ ਰੱਖਿਆ ਕਰੇਗਾ ਅਤੇ ਤੁਹਾਡੇ ਸਾਰੇ ਵਿਘਨਾਂ ਨੂੰ ਦੂਰ ਕਰੇਗਾ। ਇਸ ਤਰ੍ਹਾਂ ਆਕਾਸ਼ਬਾਣੀ ਹੋਈ। ਇਸ ਪ੍ਰਕਾਰ ਸੁਣ ਕੇ ਸਾਰੇ ਚੁੱਪ ਹੋ ਗਏ ਅਤੇ ਫਿਰ ਸਾਰੇ ਵੇਦ ਬਹੁਤ ਹੈਰਾਨ ਹੋਏ। ਬ੍ਰਹਮਾ ਸਮੇਤ 12 ਹੋ ਕੇ ਉਹਨਾਂ ਨੇ ਮਨੁੱਖਾ ਸਰੀਰ ਧਾਰਨ ਕੀਤੇ। ਇੱਕ ਇੱਕ ਵੇਦ ਨੇ ਚਾਰ ਚਾਰ ਸਰੂਪ ਧਾਰਨ ਕੀਤੇ। ਉਹਨਾਂ ਦੇ ਮੈਂ ਤੁਹਾਨੂੰ ਨਾਮ ਦੱਸਦਾ ਹਾਂ। ਪਹਿਲਾ ਸ਼ਾਮ ਵੇਦ ਨੇ ਇਹ ਰੂਪ ਧਾਰਨ ਕੀਤੇ, ਜਿਨ੍ਹਾਂ ਦੇ ਨਾਂ ਹਨ ਮਥਰਾ, ਜਾਲਪ, ਬਲ ਅਤੇ ਹਰਬੰਸ। ਰਿਗ ਵੇਦ ਨੇ ਜਿਹੜੇ ਚਾਰ ਰੂਪ ਬਣਾਏ, ਉਹ ਹਨ ਕਲਯ, ਜਲ, ਨਲ ਅਤੇ ਕਲ ਸਹਾਰ। ਯੁਜਰ ਵੇਦ ਨੇ ਜਿਹੜੇ ਚਾਰ ਰੂਪ ਬਣਾਏ, ਉਹ ਹਨ ਟਲ, ਸਲ, ਜਲ ਅਤੇ ਭਲ। ਇਹ ਸਾਰੇ ਬ੍ਰਾਹਮਣ ਵੰਸ਼ ਨਾਲ ਸੰਬੰਧਿਤ ਹਨ। ਫਿਰ ਅਥਰਵਣ ਵੇਦ ਨੇ ਜਿਹੜੇ ਚਾਰ ਸਰੀਰ ਧਾਰਨ ਕੀਤੇ, ਉਹਨਾਂ ਵਿੱਚ ਸ੍ਰੇਸ਼ਟ ਕੀਰਤ, ਗੋਇੰਦ ਅਤੇ ਸਦਰੰਗ ਨੂੰ ਗਿਣੋ। ਸ੍ਰੇਸ਼ਟ ਚੌਥੇ ਭੱਟ ਬ੍ਰਹਮਾ ਦਾ ਭਿੱਖਾ ਨਾਮ ਸੀ, ਜਿਹੜਾ ਇਹਨਾਂ ਸਾਰਿਆਂ ਵਿੱਚ ਬਹੁਤ ਉੱਤਮ ਸੀ। ਬ੍ਰਾਹਮਣ ਸਰੀਰਾਂ ਦਾ ਨਾਂ ਭੱਟ ਪੈ ਗਿਆ। ਉਹ ਉਮਰ ਵਿੱਚ ਬਹੁਤ ਵੱਡੇ ਇੱਕੋ ਜਿਹੇ ਸਨ। ਉਹ ਇਕੱਠੇ ਹੋ ਕੇ ਹਿੱਤ ਧਾਰ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਜੀ ਦੀ ਖੋਜ ਕਰਨ ਲੱਗੇ। ਜਿੰਨੇ ਵੀ ਜੱਗ ਵਿੱਚ ਪੰਥ ਪ੍ਰਚਲਿਤ ਹਨ, ਉਹ ਉਹਨਾਂ ਸਾਰਿਆਂ ਪਾਸ ਚੱਲ ਕੇ ਗਏ। ਗਿਰੀ ਅਤੇ ਪੁਰੀ ਆਦਿ ਜੋ ਸੰਨਿਆਸੀਆਂ ਦੀਆਂ ਕਿਸਮਾਂ ਹਨ, ਉਹਨਾਂ ਪਾਸੋਂ ਵੀ ਬੜੇ ਪਿਆਰ ਨਾਲ ਬਚਨ ਸੁਣੇ। ਯੋਗ ਦਾ ਅਭਿਆਸ ਕਰਨ ਅਤੇ ਕੰਨ ਪਾਟੇ ਜੋਗੀਆਂ ਦੀ ਵੀ ਮਹਾਨ ਸੰਗਤ ਕੀਤੀ। ਬ੍ਰਹਮਚਾਰੀ, ਤਪਸੀ, ਵੈਰਾਗੀ ਅਤੇ ਹੋਰ ਜਿੰਨੇ ਵੀ ਪੰਥ ਸਨ, ਸਭ ਪਾਸ ਜਾ ਕੇ ਉਹਨਾਂ ਨੇ ਆਪਣੀ ਵਿਥਿਆ ਕਹੀ। ਸ੍ਰੇਸ਼ਟ ਪ੍ਰਲੋਕ ਦੀ ਸਾਧਨਾ ਕਰਨ ਵਾਲੇ 1 ਸਾਲ ਤੱਕ ਜੱਗ ਵਿੱਚ ਗੁਰੂ ਖੋਜਦੇ ਰਹੇ। ਆਪਸ ਵਿੱਚ ਕਹਿੰਦੇ ਸਨ ਕਿ ਜਿਹੜਾ ਚਿੱਤ ਨੂੰ ਸ਼ਾਂਤੀ ਦੇਵੇ, ਐਸਾ ਗੁਰੂ ਕਿਤੇ ਨਹੀਂ ਵੇਖਿਆ। ਦੇਸ਼ਾਂ ਵਿਦੇਸ਼ਾਂ ਵਿੱਚ ਫਿਰ ਕੇ ਜਦ ਹਾਰ ਗਏ ਤਾਂ ਬਹੁਤ ਉਦਾਸ ਹੋ ਗਏ। ਹੰਕਾਰ ਉਤਰ ਗਿਆ। ਕਹਿੰਦੇ ਸਨ ਕਿ ਅਸੀਂ ਜਦੋਂ ਦੇ ਜਗਤ ਵਿੱਚ ਆਏ ਹਾਂ, ਵਿਕਾਰ ਬਿਨਾਂ ਕੁਝ ਨਹੀਂ ਵੇਖਿਆ। ਇਸ ਕਰਕੇ ਸਤਿਗੁਰੂ ਸਭ ਤੋਂ ਵੱਡਾ ਹੈ, ਜਿਸ ਨੂੰ ਮਿਲ ਕੇ ਚਿੱਤ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਸਾਰੇ ਹੰਕਾਰ ਰਹਿਤ ਹੋ ਗਏ। ਜਦ ਅੰਮ੍ਰਿਤ ਸਰੋਵਰ ਵਾਲੇ ਪਾਸੇ ਆਏ, ਅਨੇਕ ਲੋਕਾਂ ਪਾਸੋਂ ਮਹਿਮਾ ਸੁਣੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਸੁੱਖ ਦੇਣ ਵਾਲੇ ਸਤਿਗੁਰੂ ਹਨ। ਭਿੱਖੇ ਸਹਿਤ ਸਾਰਿਆਂ ਹੀ ਮਿਲ ਕੇ ਦਰਸ਼ਨ ਵਾਸਤੇ ਚਿੱਤ ਦਾ ਸ਼ੌਕ ਵਧਾਇਆ। ਗੁਰੂ ਜੀ ਦੇ ਗੁਣਾਂ ਬਾਰੇ ਸੁਣ ਕੇ ਮਨ ਵਿੱਚ ਸ਼ਾਂਤੀ ਆ ਗਈ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਮ ਦਾ ਸਿਮਰਨ ਕਰਨ ਲੱਗੇ। ਸਾਰੇ ਹਰਿਮੰਦਰ ਸਾਹਿਬ ਵਿੱਚ ਪਹੁੰਚੇ। ਜਦ ਦਰਸ਼ਨ ਕੀਤੇ ਤਾਂ ਅਜੀਬ ਪ੍ਰਕਾਰ ਦਾ ਮਨੋਹਰ ਸਰੂਪ ਵੇਖਿਆ। ਸਿਆਮ ਸਰੂਪ ਬੜਾ ਅਨੁਪਮ ਹੈ। 4 ਬਾਹਾਂ ਹਨ, ਸੁੰਦਰ ਮੁਖੜਾ, ਸ੍ਰੇਸ਼ਟ ਸ਼ੋਭਾ ਦਾ ਘਰ ਹੈ। ਚਾਰੇ ਪਾਸੀਂ ਮਹਾਨ ਜੋਤ ਜਗ ਰਹੀ ਹੈ ਅਤੇ ਅਨੇਕਾਂ ਹੀ ਸਨੇਮਰ ਹੋ ਕੇ ਨਮਸਕਾਰ ਕਰ ਰਹੇ ਹਨ। ਲక్ష్ਮੀ ਆਪਣੇ ਕਰ ਕਮਲਾਂ ਨਾਲ ਚਰਨ ਕਮਲ ਨੂੰ, ਜੋ ਅਤ ਕੋਮਲ ਹਨ, ਬੜੀ ਪ੍ਰੀਤ ਨਾਲ ਪਲੋਸ ਰਹੀ ਹੈ। ਮਹਾਵਿਸ਼ਨੂੰ ਦੀ ਵੱਡੀ ਸ਼ੋਭਾ ਹੈ। ਨੇਤਰ ਬੜੇ ਚੌੜੇ ਹਨ ਅਤੇ ਦੋਵੇਂ ਕੋਨੇ ਲਾਲ ਹਨ। ਸਾਰੇ ਅੰਗਾਂ ਦੇ ਸੁੰਦਰ ਗਹਿਣੇ ਸ਼ੋਭ ਰਹੇ ਹਨ ਅਤੇ ਗਲੇ ਵਜੰਤੀ ਮਾਲਾ ਪਾਈ ਹੈ। ਸਿਰ ਤੇ ਮੁਕਟ ਹੈ
ਕੇਸ ਨਰਮ, ਕਾਲੇ ਅਤੇ ਘੁੰਘਰਾਲੇ ਬੜੇ ਸ਼ੋਭ ਰਹੇ ਹਨ। ਵੇਦ ਸਰੂਪ ਜਿਹੜੇ ਸ੍ਰੇਸ਼ਟ ਬ੍ਰਾਹਮਣ ਸਨ, ਉਹਨਾਂ ਨੇ ਗੁਰੂ ਜੀ ਨੂੰ ਮਹਾਂਵਿਸ਼ਨੂੰ ਰੂਪ ਵੇਖਿਆ। ਉਹਨਾਂ ਨੂੰ ਸਿੱਖਿਆ ਦੇਣੀ ਸੀ, ਇਸ ਕਰਕੇ ਗੁਰੂ ਜੀ ਨੇ ਅਜਿਹਾ ਆਪਣਾ ਸਰੂਪ ਬਣਾ ਲਿਆ। ਐਸਾ ਸਰੂਪ ਵੇਖ ਕੇ ਹੈਰਾਨ ਰਹਿ ਗਏ। ਹਰਿਮੰਦਰ ਸਾਹਿਬ ਵਿੱਚ ਬੈਠੇ ਸੁੰਦਰ ਸ਼ੋਭਾ ਪਾ ਰਹੇ ਹਨ। ਮਹਾਂਵਿਸ਼ਨੂੰ ਦਾ ਰੂਪ ਬੜਾ ਮਨੋਹਰ ਹੈ, ਜਿਸ ਦਾ ਧਿਆਨ ਧਰ ਕੇ ਜੋਗੀ ਵੀ ਲੁਭਾਇਮਾਨ ਹੋ ਜਾਂਦੇ ਹਨ। ਖੜੇ ਹੋ ਕੇ ਉਸਤਤ ਕਰਨ ਲੱਗੇ, ਜਿਨ੍ਹਾਂ ਦੇ ਪ੍ਰੇਮ ਨੇ ਵਿਆਕੁਲ ਕਰ ਦਿੱਤਾ ਹੈ। ਹੇ ਦਇਆ ਦੇ ਸਮੁੰਦਰ, ਦੀਨਾਨਾਥ ਬੰਧੂ ਕਿਰਪਾਲੂ ਜੀ, ਤੁਹਾਡੇ ਚਰਨਾਂ 'ਤੇ ਨਮਸਕਾਰ ਹੈ। ਤੁਸੀਂ ਨਾਸ਼ ਰਹਿਤ ਅਤੇ ਪ੍ਰਕਾਸ਼ ਰੂਪ ਹੋ, ਅਜਿਤ ਹੋ, ਨਾਸ਼ ਰਹਿਤ ਹੋ, ਆਦ ਰਹਿਤ ਹੋ ਅਤੇ ਅਨੁਪਮ ਹੋ। ਸਦਾ ਹਰ ਇੱਕ ਵਿੱਚ ਵਸਦੇ ਹੋ ਅਤੇ ਸਦਾ ਹੀ ਨਿਰਲੇਪ ਰਹਿੰਦੇ ਹੋ। ਤੁਹਾਨੂੰ ਕੌਣ ਬਿਆਨ ਕਰ ਸਕਦਾ ਹੈ? ਸ਼੍ਰੀ ਗੁਰੂ ਨਾਨਕ ਦੇਵ ਜੀ ਵੇਦੀਆਂ ਦੀ ਵੰਸ਼ ਵਿੱਚ ਪੈਦਾ ਹੋਏ ਹਨ। ਦੇਹਧਾਰੀ ਮਨੁੱਖ ਉਹਨਾਂ ਦਾ ਹੀ ਜਾਪ ਜਪਦੇ ਹਨ। ਕਲਯੁਗ ਵਿੱਚ ਉਹਨਾਂ ਨੇ ਦਇਆ ਧਾਰ ਕੇ ਨਾਮ ਜਪਾਇਆ ਹੈ। ਤੁਸੀਂ ਸਿੱਖੀ ਪੰਥ ਚਲਾਇਆ ਹੈ, ਜਿਸ ਨੂੰ ਪ੍ਰਾਪਤ ਕਰਕੇ ਮਨੁੱਖ ਤਰ ਗਏ ਹਨ। ਫਿਰ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਹੋਇਆ। ਉਸ ਤੋਂ ਬਾਅਦ ਸ਼੍ਰੀ ਗੁਰੂ ਅਮਰਦਾਸ ਜੀ ਦਾ ਰੂਪ ਧਾਰਨ ਕੀਤਾ ਅਤੇ ਉਸ ਤੋਂ ਬਾਅਦ ਸ਼੍ਰੀ ਗੁਰੂ ਰਾਮਦਾਸ ਜੀ ਦਾ ਵਿਸ਼ਾਲ ਪ੍ਰਕਾਸ਼ ਹੋਇਆ। ਘੋਰ ਕਲਯੁਗ ਵਿੱਚ ਅੰਧੇਰ ਛਾਇਆ ਹੋਇਆ ਸੀ, ਉਹਨਾਂ ਨੇ ਆ ਕੇ ਉਜਾਲਾ ਕੀਤਾ। ਉਹਨਾਂ ਦੇ ਸਪੁੱਤਰ ਦੇ ਰੂਪ ਵਿੱਚ ਤੁਹਾਡਾ ਪ੍ਰਕਾਸ਼ ਹੋਇਆ ਹੈ। ਹੇ ਮਹਾਨ ਗੁਰੂ ਜੀ, ਤੁਹਾਨੂੰ ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ। ਇਸ ਤਰ੍ਹਾਂ ਉਹਨਾਂ ਨੇ ਅਸ਼ਟਕ ਉਸਤਤ ਕੀਤੀ ਅਤੇ ਮਨ ਇੱਛਤ ਫਲ ਪਾਇਆ। ਫਿਰ ਸਾਰੇ ਦੀਨ ਹੋ ਕੇ ਗੁਰੂ ਜੀ ਦੇ ਚਰਨਾਂ ਨਾਲ ਲੱਗ ਗਏ। ਫਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣਾ ਅਸਲੀ ਰੂਪ ਸਾਰੇ ਬ੍ਰਾਹਮਣਾਂ ਨੂੰ ਵਿਖਾਇਆ। ਪੁੱਛਣ ਲੱਗੇ, ਤੁਸੀਂ ਕਿਸ ਕਾਰਨ ਦਿਲ ਦੀ ਇੱਛਾ ਅਨੁਸਾਰ ਨਿਪੁੰਨ ਪ੍ਰਭੂ ਰੂਪ ਧਾਰ ਲੈਂਦੇ ਹੋ? ਪ੍ਰਭੂ ਜੀ ਕਿੱਥੇ ਰਹਿੰਦੇ ਹਨ? ਹੁਣ ਕਿੱਥੇ ਚਲੇ ਗਏ ਹਨ? ਸਾਡੇ ਪਾਸ ਕੀ ਸੋਚ ਕੇ ਆਏ ਸਨ? ਭਿੱਖਾ ਜਿਹੜਾ ਸਭਨਾਂ ਦਾ ਮੁਖੀ ਸੀ, ਦੀਨ ਹੋ ਕੇ ਬੋਲਿਆ, ਮੈਂ ਸਾਧੂਆਂ ਦੀ ਖੋਜ ਕੀਤੀ ਹੈ ਅਤੇ ਕਈ ਪਵਿੱਤਰ ਪੁਰਖ ਵੇਖੇ ਹਨ। ਸੰਨਿਆਸੀ, ਤਪੀ ਅਤੇ ਬ੍ਰਾਹਮਣ ਸਾਰੇ ਹੀ ਬੜੀ ਮਿੱਠੀ ਜ਼ੁਬਾਨ ਵਾਲੇ ਹਨ। ਮੈਂ 1 ਸਾਲ ਤੱਕ ਭਟਕਦਾ ਰਿਹਾ, ਪਰ ਕੋਈ ਵੀ ਸਾਧ ਸੰਤ ਮੇਰੀ ਤਸੱਲੀ ਨਾ ਕਰਵਾ ਸਕਿਆ। ਮੈਂ ਲੋਕਾਂ ਨੂੰ ਕਹਿੰਦਿਆਂ ਅਤੇ ਪ੍ਰਚਾਰ ਕਰਦੇ ਸੁਣਿਆ, ਪਰ ਉਹਨਾਂ ਦੀ ਰਹਿਣੀ ਬਹਿਣੀ ਨੂੰ ਵੇਖ ਕੇ ਮੈਨੂੰ ਕੋਈ ਖੁਸ਼ੀ ਨਹੀਂ ਹੋਈ। ਮੈਂ ਉਹਨਾਂ ਦੀ ਮਹਿਮਾ ਕਿਉਂ ਕਰਾਂ ਜੋ ਪ੍ਰਭੂ ਦੇ ਨਾਮ ਨੂੰ ਤਿਆਗ ਕੇ ਹੋਰਨਾਂ ਨਾਲ ਜੁੜੇ ਹੋਏ ਹਨ। ਭਿੱਖਾ ਆਖਦਾ ਹੈ, ਵਾਹਿਗੁਰੂ ਨੇ ਮੈਨੂੰ ਸਤਿਗੁਰੂ ਨਾਲ ਮਿਲਾ ਦਿੱਤਾ ਹੈ। ਹੇ ਗੁਰਦੇਵ ਜੀ, ਹੁਣ ਜਿਸ ਤਰ੍ਹਾਂ ਤੂੰ ਮੈਂ ਰੱਖਦਾ ਹਾਂ, ਮੈਂ ਉਸ ਤਰ੍ਹਾਂ ਹੀ ਰਹਿੰਦਾ ਹਾਂ। ਸਾਧ ਸੰਗਤ ਜੀ, ਇਹ ਸਵਈਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 3 ਮਹੱਲੇ ਦੇ ਸਵਈਆਂ ਵਿੱਚ ਹੈ। ਭਿੱਖਾ ਭੱਟ 3 ਗੁਰੂ ਜੀ ਪਾਸ ਆਇਆ। ਆਪ ਗੁਰੂ ਬਣ ਦੀਖਿਆ ਦਿਓ, ਮੈਨੂੰ ਆਪਣਾ ਸਿੱਖ ਬਣਾਓ ਅਤੇ ਉਪਦੇਸ਼ ਉਚਾਰਨ ਕਰੋ। ਸ਼ਾਂਤੀ ਪ੍ਰਾਪਤ ਕਰਨ ਲਈ ਇੱਕ ਵਿਸ਼ੇਸ਼ ਪੰਥ ਨੂੰ ਜਿੱਥੇ ਕਿੱਥੇ ਲੱਭਦੇ ਰਹੇ ਹਾਂ, ਥੱਕ ਗਏ ਹਾਂ, ਪ੍ਰਾਪਤ ਨਹੀਂ ਹੋਇਆ ਹੈ। ਅਸੀਂ ਕਾਂਸ਼ੀਪੁਰ ਦੇਸ਼ ਦੇ ਵਾਸੀ ਹਾਂ। ਚਿੱਤ ਵਿੱਚ ਹੋਰ ਕੋਈ ਵਾਸ਼ਨਾ ਨਹੀਂ ਹੈ। ਕੀ ਮੰਗੀਏ? ਬਾਕੀ ਸਭ ਝੂਠ ਹੈ। ਇਹ ਸੁਣ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ, ਹੇ ਵੇਦੋ, ਤੁਸੀਂ ਮਨੁੱਖਾ ਤਨ ਧਾਰ ਕੇ ਮੇਰੇ ਪਾਸ ਆਏ ਹੋ। ਤੁਸੀਂ ਆਪ ਹੀ ਬ੍ਰਹਮ ਦਾ ਨਿਰਣਾ ਕਰੋ ਅਤੇ ਪਾਰ ਬ੍ਰਹਮ ਦਾ ਸ੍ਰੇਸ਼ਟ ਜਸ ਪ੍ਰਕਾਸ਼ਿਤ ਕਰੋ। ਹੁਣ ਤੁਸੀਂ ਮਨੁੱਖਾ ਸਰੀਰ ਪਾਇਆ ਹੈ। ਤੁਹਾਨੂੰ ਕੁਝ ਹੰਕਾਰ ਹੋ ਗਿਆ ਸੀ, ਉਸ ਦਾ ਫਲ ਪਾਇਆ ਹੈ। ਬ੍ਰਹਮ ਰੂਪ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਵਿੱਚ ਨਰ ਸਰੂਪ ਧਾਰ ਕੇ ਬਹੁਤ ਸੇਵਕਾਂ ਦਾ ਕਲਿਆਣ ਕੀਤਾ ਹੈ। ਗੁਰੂ ਦੇਵ ਜੀ ਨੇ ਵੀ ਮਨੁੱਖਾ ਸਰੀਰ ਧਾਰਨ ਕੀਤਾ ਸੀ। ਮਨੁੱਖੀ ਭਾਸ਼ਾ ਵਿੱਚ ਸੁਧਾਰ ਕੇ ਬਾਣੀ ਦੀ ਰਚਨਾ ਕਰੋ, ਉਸ ਵਿੱਚ ਗੁਰੂਦੇਵ ਜੀ ਦਾ ਜਸ ਕਰੋ ਅਤੇ ਹੁਣ ਆਪਣੇ ਮੁਖ ਨਾਲ ਉਚਾਰਨ ਕਰੋ। ਫਿਰ ਤੁਹਾਨੂੰ ਅਸੀਂ ਆਪਣਾ ਸਿੱਖ ਬਣਾਉਂਦੇ ਹਾਂ। ਫਿਰ ਚਿੱਤ ਵਿੱਚ ਸੁੱਖਾਂ ਦੀ ਸਾਰ ਸ਼ਾਂਤੀ ਪਾਓ। ਜਗਤ ਵਿੱਚ ਤੁਹਾਡਾ ਨਾਮ ਸਥਾਈ ਰੂਪ ਵਿੱਚ ਰਹੇਗਾ। ਜੋ ਮਹਾਨ ਉੱਤਮ ਗ੍ਰੰਥ ਬਣਿਆ ਹੈ, ਉਸ ਦੇ ਵਿੱਚ ਲਿਖਾਂਗੇ। ਇਹ ਸੁਣ ਕੇ ਪ੍ਰਸੰਨ ਹੋ ਕੇ ਹੱਥ ਜੋੜ ਕੇ ਪੁੱਛਿਆ, ਕਿਰਪਾ ਦੇ ਸਾਗਰ, ਕਿਸ ਢੰਗ ਨਾਲ ਲਿਖੀਏ? ਪਹਿਲਾਂ ਸਾਨੂੰ ਦੱਸੋ, ਅਸੀਂ ਪਹਿਲਾਂ ਸਮਝ ਲਈਏ। ਉਸ ਰੀਤੀ ਅਨੁਸਾਰ ਸਾਰੇ ਸ਼੍ਰੀ ਗੁਰੂ ਜੀ ਦੀ ਕੀਰਤੀ ਸੁੰਦਰ ਅਤੇ ਨਵੀਂ ਬਣਾਵਾਂਗੇ। ਮਹਾ ਲਾਭ ਸਾਨੂੰ ਇਹ ਹੋਵੇਗਾ, ਆਪ ਜੀ ਸਾਨੂੰ ਦੀਨ ਜਾਣ ਕੇ ਕਿਰਪਾ ਧਾਰੋਗੇ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਜੋ ਸਵਈਏ ਬਣਾਏ ਸਨ,
ਪਹਿਲਾਂ ਉਹ ਲਿਖਵਾਏ, ਫਿਰ ਸਾਰੇ ਭੱਟ ਗੁਰੂ ਸਿਮਰ ਕੇ ਅਤੇ ਮਨ ਵਿੱਚ ਬੜਾ ਉਤਸ਼ਾਹ ਭਰ ਕੇ ਆਪਣੇ ਸਵਈਏ ਲਿਖਣ ਲੱਗੇ। ਆਰੰਭ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ੍ਰੇਸ਼ਟ ਜਸ ਬਹੁਤ ਪ੍ਰਕਾਰ ਉਹਨਾਂ ਨੇ ਬਣਾਇਆ। ਗੁਰੂ ਨਾਨਕ ਦੇਵ ਜੀ ਨੂੰ ਬ੍ਰਹਮ ਰੂਪ ਕਰਕੇ ਵਰਣਨ ਕੀਤਾ। ਸ਼ਿਵ ਬ੍ਰਹਮਾ ਆਦਿ ਜਿਸ ਦਾ ਗਾਇਨ ਕਰਦੇ ਹਨ। ਬਹੁਤ ਚਾਲ ਦੇ ਸਵਈਏ ਦੇਸ਼ੀ ਭਾਸ਼ਾ ਵਿੱਚ ਬਣਾਏ ਅਤੇ ਨਾਲ ਨਾਲ ਮਹਾਤਮ ਵੀ ਉਚਾਰਨ ਕੀਤਾ, ਜਿਹੜਾ ਪੜ੍ਹੇ ਸੁਣੇ ਵੱਡਾ ਫਲ ਪ੍ਰਾਪਤ ਕਰੇ। ਜਿਸ ਨੂੰ ਵੇਦ ਬੇਅੰਤ ਕਹਿੰਦੇ ਹਨ, ਉਹਨਾਂ ਨੂੰ ਕੋਈ ਕੋਈ ਹੀ ਬਿਆਨ ਕਰ ਸਕਦਾ ਹੈ। ਸ਼ੇਸ਼ਨਾਗ ਅਤੇ ਸਰਸਵਤੀ ਵੀ ਉਹਨਾਂ ਦਾ ਅੰਤ ਨਹੀਂ ਪਾ ਸਕੀ ਅਤੇ ਜੋਗੀ ਸਦਾ ਹੀ ਉਸ ਨੂੰ ਖੋਜਦੇ ਰਹਿੰਦੇ ਹਨ। ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਸ ਵਰਣਨ ਕਰਕੇ ਬਹੁਤ ਪ੍ਰਕਾਰ ਉਹਨਾਂ ਦੇ ਗੁਣ ਪ੍ਰਗਟ ਕੀਤੇ। ਫਿਰ ਆਪਣੀ ਬਾਣੀ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੀ ਕੀਰਤੀ ਬਹੁਤ ਸੁੰਦਰ ਬਣਾਈ। ਕੁਸਮ ਬਸੰਤ ਰੰਗ ਤਰੰਗ ਦੇ ਬੇਅੰਤ ਗੁਣ ਪ੍ਰਗਟ ਕੀਤੇ। ਗੁਰੂ ਅਮਰਦਾਸ ਜੀ ਬਾਰੇ ਲਿਖਿਆ ਕਿ ਤੁਹਾਡੇ ਬਰਾਬਰ ਹੋਰ ਕੋਈ ਨਹੀਂ, ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ। ਸ੍ਰੀ ਗੁਰੂ ਰਾਮਦਾਸ ਜੀ ਦੇ ਗੁਣਾਂ ਦੀ ਕੀਰਤੀ ਵੀ ਵਿਸ਼ਾਲ ਰਚੀ। ਧੰਨ ਧੰਨ ਸਤਿਗੁਰੂ ਜੀ ਜਗਤ ਦੇ ਸੁਆਮੀ ਹੋਏ ਹਨ। ਜਿਨ੍ਹਾਂ ਨੇ ਵੀ ਉਹਨਾਂ ਦੇ ਦਰਸ਼ਨ ਕੀਤੇ ਉਸ ਦੇ ਪਾਪਾਂ ਦਾ ਨਾਸ਼ ਹੋ ਜਾਂਦਾ ਸੀ। ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ੍ਰੇਸ਼ਟ ਜਸ ਬਣਾਇਆ ਅਤੇ ਇਹ ਦੱਸਿਆ ਕਿ ਪੰਜਾਂ ਗੁਰੂ ਸਾਹਿਬਾਨਾਂ ਵਿੱਚ ਇੱਕੋ ਜੋਤ ਹੈ। ਉਹ ਧਰਮ ਦੀ ਧੁਜਾ ਹਨ ਤੇ ਧਰਤੀ ਵਾਂਗ ਧੀਰਜਵਾਨ ਹਨ ਅਤੇ ਪਰਮ ਕਿਰਪਾਲੂ ਵੱਡੇ ਪਰਉਪਕਾਰੀ ਹਨ। 122 ਸਵਈਏ ਰਚ ਕੇ ਪੰਜਾਂ ਗੁਰੂ ਸਾਹਿਬਾਨਾਂ ਦਾ ਸ੍ਰੇਸ਼ਟ ਜਸ ਬਣਾਇਆ। ਫਿਰ ਸਾਰੀ ਆਪਣੀ ਰਚਨਾ ਆਪਣੇ ਮਨ ਵਿੱਚ ਪਰਮ ਪ੍ਰੇਮ ਉਪਜਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੁਣਾਈ। ਫਿਰ ਚਰਨ ਕਮਲਾਂ 'ਤੇ ਬੰਦਨਾ ਕੀਤੀ ਤੇ ਸਾਰੇ ਭੱਟ ਬਹੁਤ ਦੀਨ ਹੋ ਗਏ। ਆਪਣੇ ਚਿੱਤ ਵਿੱਚ ਸਿੱਖ ਬਣਨਾ ਚਾਹੁੰਦੇ ਸਨ ਤਾਂ ਕਿ ਉਹਨਾਂ ਦੇ ਚਿੱਤ ਵਿੱਚ ਸ਼ਾਂਤੀ ਆ ਜਾਏ। ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਕ੍ਰਿਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਾ ਕੇ ਬਹੁਤ ਪ੍ਰਸੰਨ ਹੋਏ। ਸਾਰਿਆਂ ਨੂੰ ਮੂੰਹ ਮੰਗੀਆਂ ਮੁਰਾਦਾਂ ਦਿੱਤੀਆਂ ਅਤੇ ਸਿੱਖੀ ਬਖਸ਼ ਕੇ ਸ਼ਾਂਤਮਈ ਕਰ ਦਿੱਤੇ। ਸਾਰੇ ਭਰਮ ਦੂਰ ਹੋ ਗਏ ਅਤੇ ਸਾਰੇ ਨਿਰਮਲ ਹੋ ਗਏ। ਸ੍ਰੀ ਗੁਰੂ ਜਸ ਤੇ ਇਹ ਫਲ ਪਾਇਆ। ਕਈ ਦਿਨਾਂ ਬਾਅਦ ਨਿੱਜੀ ਸਰੀਰ ਛੱਡ ਕੇ ਪਹਿਲਾਂ ਵਾਂਗ ਹੀ ਵੇਦ ਰੂਪ ਹੋ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਰੇ ਸਵਈਏ ਲਿਖਵਾਏ ਗਏ। ਅੰਤ ਵਿੱਚ ਸਾਰਾ ਗ੍ਰੰਥ ਸਾਹਿਬ ਲਿਖ ਕੇ ਮੁੰਦਾਵਣੀ ਸ਼ਬਦ ਲਿਖ ਕੇ ਬੰਦ ਕਰ ਦਿੱਤਾ। ਮਾਨੋ ਇਹ ਬਾਣੀ ਨੂੰ ਬੰਦ ਕਰਨ ਦੀ ਮੋਹਰ ਸੀ। ਸਾਰੀ ਬਾਣੀ ਦਾ ਭੋਗ ਪਾਇਆ ਜਿਸ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਭਵਜਲ ਤਰਨ ਵਾਸਤੇ ਇਹ ਵੱਡਾ ਜਹਾਜ਼ ਹੈ। ਪ੍ਰਭੂ ਕਿਰਪਾ ਨਾਲ ਮਨੁੱਖ ਭਵ ਸਾਗਰ ਨੂੰ ਤਰ ਜਾਂਦਾ ਹੈ। ਉਹਨਾਂ ਦਾ ਧਨ ਜਨਮ ਹੈ ਜਿਨ੍ਹਾਂ ਨੇ ਪ੍ਰੇਮ ਧਾਰਨ ਕਰਕੇ ਆਪਣੇ ਹੱਥ ਨਾਲ ਲਿਖ ਕੇ ਆਪਣੇ ਹੱਥਾਂ ਨੂੰ ਸਫਲ ਕਰ ਲਿਆ ਹੈ। ਜਿਹੜੇ ਪ੍ਰੇਮ ਨਾਲ ਪੜ੍ਹਦੇ ਹਨ ਉਹ ਦਿਲ ਵਿੱਚ ਬਹੁਤ ਪ੍ਰਸੰਨ ਹੁੰਦੇ ਹਨ। ਪਲਕਾਂ ਝਮਕਣ ਨਾਲ ਨੈਣਾਂ ਵਿੱਚ ਜਲ ਆ ਜਾਂਦਾ ਹੈ। ਇੰਨੇ ਪ੍ਰਸੰਨ ਹੁੰਦੇ ਹਨ ਮਾਨੋ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਸਾਰੇ ਵਿਸ਼ਿਆਂ ਨੂੰ ਛੱਡਦੇ ਹਨ ਅਤੇ ਗੁਣਾਂ ਨੂੰ ਵਿਚਾਰਦੇ ਹਨ। ਜਿਹੜੇ ਮਨੁੱਖ ਇੱਕ ਮਨ ਸਥਿਰ ਹੋ ਕੇ ਸੁਣਦੇ ਹਨ ਉਹ ਮਨੁੱਖ ਤਰ ਜਾਂਦੇ ਹਨ ਤੇ ਫਿਰ ਦੁਬਾਰਾ ਜਨਮ ਨਹੀਂ ਲੈਂਦੇ। ਰਾਗਮਾਲਾ ਦੇ ਪਦ ਜੋੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਹਨ। ਕਰਤਾਰਪੁਰ ਵਾਲੀ ਬੀੜ ਵਿੱਚ ਰਾਗਮਾਲਾ ਤੇ ਬਾਕੀ ਸਾਰੀ ਬਾਣੀ ਦੀ ਲਿਖਤ ਇੱਕੋ ਹੱਥ ਦੀ ਹੈ। ਭਾਈ ਬੰਨੋ ਵਾਲੀ ਬੀੜ ਜਿਸ ਨੂੰ ਗੁਰੂ ਜੀ ਨੇ ਖਾਰੀ ਬੀੜ ਕਿਹਾ ਸੀ ਉਸ ਵਿੱਚ ਵੀ ਰਾਗਮਾਲਾ ਦਰਜ ਹੈ। ਇਸ ਤੋਂ ਇਹ ਸਪਸ਼ਟ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ 'ਤੇ ਵੀ ਰਾਗਮਾਲਾ ਮੌਜੂਦ ਸੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।